ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਜਪਜੀ ਸਾਹਿਬ ਜੀ ਦੀ ਪਾਵਨ ਵਿਚਾਰ ਜੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾਂ 21 ਪੌੜੀਆਂ ਤੱਕ ਦੇ ਅੱਖਰੀ ਅਰਥ ਅਤੇ ਉਚਾਰਨ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਸਤਿਗੁਰੂ ਜੀ 22ਵੀਂ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਇੱਥੇ ਜਿਹੜਾ ਲੱਖ ਸ਼ਬਦ ਆਇਆ ਹੈ ਨਾ, ਇਹਨੂੰ ਦੇਲੀ ਦੀਪਕ ਕਹਿੰਦੇ ਨੇ। ਇਹ ਪਾਤਾਲਾਂ ਪਾਤਾਲ ਲੱਖ ਇੱਦਾਂ ਵੀ ਪਾਠ ਹੋ ਜਾਏਗਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਲੱਖ ਇੱਧਰ ਵੀ ਲੱਗ ਸਕਦਾ ਹੈ ਤਾਂ ਲੱਖ ਜਿਹੜਾ ਉੱਧਰ, ਇਹ ਦੋਵੇਂ ਪਾਸੇ ਲੱਗ ਜਾਂਦਾ ਹੈ। ਸੋ ਇਸ ਕਰਕੇ ਇਹਨੂੰ ਆਪਾਂ ਦੇਲੀ ਦੀਪਕ ਕਹਿੰਦੇ ਹਾਂ। ਅਤੇ ਇੱਕ ਬੇਨਤੀ ਕਿ ਪਤਾਲ ਪਾਠ ਨਹੀਂ ਹੈਗਾ, ਨਾ ਆਗਾਸ ਪਾਠ ਹੈ। ਪੱਪੇ ਨੂੰ ਕੰਨਾ ਵੀ ਲੱਗਾ ਹੋਇਆ ਹੈ, ਉਧਰ ਆਗਾਸਾਂ ਦਾ ਐੜੇ ਨੂੰ ਕੰਨਾ ਵੀ ਲੱਗਾ ਹੋਇਆ, ਇਸ ਕਰਕੇ ਇਹਦਾ ਉਚਾਰਨ ਕਰਾਂਗੇ ਪਾਤਾਲਾਂ ਪਾਤਾਲ। ਪਤਾਲਾਂ ਦੇ ਦੋਵੇਂ ਨੂੰ ਕੰਨਾ ਹੈ, ਆਗਾਸਾਂ ਆਗਾਸ ਐੜੇ ਨੂੰ ਵੀ ਦੋਵੇਂ ਥਾਵਾਂ 'ਤੇ ਕੰਨਾ ਹੈ। ਕਹਿਣ ਲੱਗੇ ਭਾਈ, ਜਿਹੜੇ ਵੇਦ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਪਤਾਲਾਂ ਦੇ ਥੱਲੇ ਹੋਰ ਪਤਾਲ ਲੱਖਾਂ ਹੀ ਪਤਾਲਾਂ ਦੇ ਨਾਲ ਥੱਲੇ ਥੱਲੇ ਪਤਾਲ ਨੇ। ਅਤੇ ਆਗਾਸਾਂ ਦਾ ਅਰਥ ਆਕਾਸ਼, ਆਕਾਸ਼ਾਂ ਤੋਂ ਤਾਂ ਦੀ ਤਾਂ ਲੱਖਾਂ ਹੀ ਆਕਾਸ਼ ਨੇ। ਅੱਗੇ ਸਤਿਗੁਰੂ ਕਹਿਣ ਲੱਗੇ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਓੜਕ ਦਾ ਅਰਥ ਹੁੰਦਾ ਜੀ ਅਖੀਰਲਾ ਬੰਨਾ, ਬਾਤ ਦਾ ਅਰਥ ਹੈ ਇੱਕ ਗੱਲ। ਕਹਿਣ ਲੱਗੇ ਕਿ ਜਿਹੜੇ ਵੇਦ ਨੇ ਇਹ ਲੱਭ ਕੇ ਪਰਮਾਤਮਾ ਦੇ ਅੰਤ ਨੂੰ ਥੱਕ ਚੁੱਕੇ ਨੇ, ਪਰ ਉਹਨਾਂ ਦੇ ਕੋਲੋਂ ਜਿਹੜਾ ਇਹਦਾ ਅਖੀਰਲਾ ਬੰਨਾ ਨਹੀਂ ਲੱਭ ਸਕੇ। ਉਹਨਾਂ ਨੂੰ ਨਾ ਕਿਸੇ ਚੀਜ਼ ਦਾ ਸ਼ੁਰੂਆਤ ਅਤੇ ਨਾ ਕਿਸੇ ਚੀਜ਼ ਦਾ ਅਖੀਰੀ ਜਿਹੜਾ ਪਤਾ ਲੱਗ ਸਕਿਆ। ਅੱਗੇ ਸਤਿਗੁਰੂ ਕਹਿ ਲੱਗੇ, ਸਹਿਸ 18 ਕਹਿਨ ਕਤੇਬਾਂ ਅਸੂਲੂ ਇੱਕ ਧਾਤ। ਸਹਿਸ ਦਾ ਅਰਥ ਹੈ ਹਜ਼ਾਰ, 18 ਇਹ ਗਿਣਤੀ ਹੋ ਗਈ। ਕਹਿਣ ਕਤੇਬਾਂ, ਹੁਣ ਜਿਹੜੇ ਕਤੇਬ ਨੇ ਸ਼ਾਮੀ ਵੇਦ ਅਤੇ ਜਿਹੜੇ ਪੱਛਮੀ ਅਤੇ ਪੂਰਬੀ ਨੇ, ਇਹਨਾਂ ਦਾ ਸਤਿਗੁਰੂ ਪੱਖ ਰੱਖ ਰਹੇ ਨੇ। ਹੁਣ ਕਤੇਬ ਵਾਲੇ ਕੀ ਕਹਿੰਦੇ ਨੇ? ਕਹਿਣ ਲੱਗੇ ਕਿ ਭਾਈ ਜਿਹੜੇ ਸਹਿਸ ਦਾ ਅਰਥ ਆਪਾਂ 18 ਜਿਹੜਾ ਹਜ਼ਾਰ ਕੀਤਾ, 18,000 ਹੋ ਗਏ। ਕਹਿਣ ਲੱਗੇ ਕਿ ਇਹਨਾਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ 18,000 ਆਲਮ ਨੇ। ਸਤਿਗੁਰੂ ਕਹਿਣ ਲੱਗੇ ਸਹਿਸ 18 ਕਹਿਣ ਕਤੇਬਾਂ, ਕਤੇਬਾਂ ਇਹ ਗੱਲ ਕਹਿੰਦੀਆਂ ਨੇ ਕਿ 18,000 ਆਲਮ ਨੇ। ਅਸੂਲੂ ਇੱਕ ਧਾਤ, ਅਸਲੂ ਦਾ ਅਰਥ ਕਰਾਂਗੇ, ਇਹਦੇ ਸੱਸੇ ਨੂੰ ਔਂਕੜ ਆਪਾਂ ਜਿਹੜਾ ਉਚਾਰਨ ਕਰਨਾ, ਇਹ ਫਾਰਸੀ ਦਾ ਸ਼ਬਦ ਹੈ। ਇਹਦਾ ਅਰਥ ਹੈ ਮੁੱਢ। ਇੱਕ ਧਾਤ, ਧਾਤ ਦਾ ਅਰਥ ਜਿੱਤੋਂ ਚੀਜ਼ ਪੈਦਾ ਹੁੰਦੀ ਹੈ, ਪਰਮਾਤਮਾ। ਕਹਿਣ ਲੱਗੇ ਕਿ ਇਹ ਦੁਨੀਆ ਦਾ, ਇਸ ਸੰਸਾਰ ਦਾ ਜਿਹੜਾ ਮੁੱਢ ਹੈ ਉਹ ਇੱਕ ਪਰਮਾਤਮਾ ਹੈ, ਅਤੇ 18,000 ਆਲਮ ਜਿਹੜੇ ਨੇ ਉਹ ਇਹਨੂੰ ਕਤੇਬ ਵਾਲੇ ਮੰਨਦੇ ਨੇ। ਸਤਿਗੁਰੂ ਕਹਿਣ ਲੱਗੇ ਭਲਿਆ, ਅਸਲ ਦੇ ਵਿੱਚ ਗੱਲ ਇਹ ਹੈ, ਨਾ ਤਾਂ ਲੱਖਾਂ ਦੇ ਵਿੱਚ ਗੱਲ ਮੁੱਕਦੀ ਹੈ, ਨਾ ਹਜ਼ਾਰਾਂ ਦੇ ਵਿੱਚ ਗੱਲ ਮੁੱਕਦੀ ਹੈ। ਸਤਿਗੁਰੂ ਕਹਿ ਲਗੇ ਲੇਖਾ ਹੋਏ ਤਾਂ ਲਿਖੀਏ। ਕਹਿਣ ਲੱਗੇ ਵੀ ਜੇ ਲੇਖਾ ਕਰ ਸਕਦੇ ਹੋਈਏ ਨਾ ਕਿਸੇ ਗਿਣਤੀ ਮਿਣਤੀ ਦੇ ਵਿੱਚ, ਫਿਰ ਤਾਂ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਉਹ ਹਜ਼ਾਰਾਂ ਦੇ ਵਿੱਚ ਹੈ, ਉਹ ਲੱਖਾਂ ਦੇ ਵਿੱਚ ਹੈ। ਲੇਖਾ ਹੋਏ, ਜੇ ਲੇਖਾ ਕਰ ਸਕਦੇ ਹੋਏ ਤਾਂ ਲਿਖੀਏ, ਤਾਂ ਉਹਨੂੰ ਲਿਖਣ ਦਾ ਯਤਨ ਕਰੀਏ। ਲੇਖਾ ਹੋਏ ਵਿਨਾਸ਼, ਵਿਨਾਸ਼ ਦਾ ਅਰਥ ਹੈ ਖਤਮ। ਕਹਿ ਲਗੇ ਜਦੋਂ ਤੁਸੀਂ ਪਰਮਾਤਮਾ ਜਾਂ ਪਰਮਾਤਮਾ ਦੇ ਬਣਾਏ ਹੋਏ ਇਸ ਬ੍ਰਹਿਮੰਡ ਦੇ ਲੇਖੇ 'ਚ ਪਾਓਗੇ, ਉੱਥੇ ਲੇਖੇ ਹੀ ਖਤਮ ਹੋ ਜਾਣਗੇ। ਪਰ ਉਸ ਪਰਮਾਤਮਾ ਦੀ ਇਸ ਦਾਤ ਦਾ, ਇਸ ਕੁਦਰਤ ਦਾ ਜਿਹੜਾ ਹੈ ਉਹ ਕਿਸੇ ਪਾਸੇ ਤੋਂ ਲੇਖਾ ਨਹੀਂ ਪਾਇਆ ਜਾ ਸਕਦਾ, ਉੱਥੇ ਗਿਣਤੀ ਖਤਮ ਹੋ ਜਾਂਦੀ ਹੈ। ਸਤਿਗੁਰੂ ਕਹਿ ਲਗੇ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਕਹਿਣ ਲੱਗੇ ਪਰਮਾਤਮਾ ਦੀ ਕੁਦਰਤ ਦਾ ਜਿਹੜਾ ਉਹ ਬਿਆਨ ਹੈ ਉਹ ਮਨੁੱਖ ਗਿਣਤੀਆਂ ਮਿਣਤੀਆਂ 'ਚ ਨਹੀਂ ਕਰ ਸਕਦਾ। ਇਸ ਕਰਕੇ ਤੁਸੀਂ ਇਹ ਕੰਮ ਨੂੰ ਛੱਡ ਕੇ ਅਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੋ। ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਸੰਸਾਰ ਦੇ ਵਿੱਚ ਵੱਡਾ ਮੰਨਿਆ ਜਾਂਦਾ ਹੈ, ਵੱਡਾ ਕਿਹਾ ਜਾਂਦਾ ਹੈ। ਨਾਨਕ ਵੱਡਾ ਆਖੀ ਹੈ, ਜਿਸ ਪਰਮਾਤਮਾ ਨੂੰ ਵੱਡਾ ਕਿਹਾ ਜਾਂਦਾ ਹੈ। ਆਪੇ ਜਾਣੈ ਆਪ, ਉਹ ਪਰਮਾਤਮਾ ਆਪ ਹੀ ਜਾਣਦਾ ਹੈ ਕਿ ਪਤਾਲ ਕਿੰਨੇ ਨੇ, ਆਕਾਸ਼ ਕਿੰਨੇ ਨੇ, ਕਿੰਨੇ ਕੌਣ ਕੀ ਕਹਿ ਰਿਹਾ, ਇਹਦੇ ਬਾਰੇ ਅਸੀਂ ਕੁਝ ਨਹੀਂ ਸਤਿਗੁਰੂ ਕਹਿੰਦੇ ਕਹਿ ਸਕਦੇ। ਅੱਗੇ ਸ਼ਬਦ ਹੈ ਜੀ ਅਗਲੀ ਪੌੜੀ ਦੇ ਵਿੱਚ, ਸਾ ਲਾਹੀ ਸਾ ਲਾਹ ਏਤੀ ਸੁਰਤ ਨਾ ਪਾਈਆਂ। ਕਹਿਣ ਲੱਗੇ ਕਿ ਸਾ ਲਾਹੀ ਦਾ ਅਰਥ ਹੈ ਸਲਾਉਣ ਯੋਗ ਪਰਮਾਤਮਾ, ਸਾ ਲਾਹੇ ਦਾ ਅਰਥ ਹੈ ਜਿਹੜੇ ਸਲਾਉਂਦੇ ਨੇ। ਕਹਿਣ ਲੱਗੇ ਜਿਹੜੇ ਮਨੁੱਖ ਪਰਮਾਤਮਾ ਦੀਆਂ ਵਡਿਆਈਆਂ ਕਰਦੇ ਨੇ ਨਾ,
ਸਾਲਾਹੀ ਇਹਦਾ ਅਰਥ ਹੈ ਪ੍ਰਮਾਤਮਾ ਜੀ ਦੀ ਸਿਫਤ ਕੀਤੀ ਜਾ ਰਹੀ ਹੈ। ਸਾਲਾਹੇ ਇਹਦਾ ਅਰਥ ਹੈ ਜਿਹਨੂੰ ਉਸ ਜਿਹੜੇ ਸਲਾਹ ਰਹੇ ਨੇ ਉਹਨੂੰ ਪ੍ਰਮਾਤਮਾ ਨੂੰ, ਸਲਾਹੁਣ ਯੋਗ ਪ੍ਰਮਾਤਮਾ। ਇਤੀ ਸੁਰਤ ਨਾ ਪਾਈਆ, ਕਹਿਣ ਲੱਗੇ ਉਹਨਾਂ ਨੂੰ ਸੁਰਤ ਦਾ ਅਰਥ ਹੈ ਸਮਝ, ਅਜੇ ਤੱਕ ਇੰਨੀ ਵੀ ਸਮਝ ਨਹੀਂ ਪਈ ਕਿ ਅਕਾਲ ਪੁਰਖ ਵਾਹਿਗੁਰੂ ਕਿੰਨਾ ਕੁ ਵੱਡਾ ਹੈ। ਸਤਿਗੁਰੂ ਕਹਿੰਦੇ ਪ੍ਰਮਾਤਮਾ ਦੀ ਵਡਿਆਈ ਬੜੇ ਲੋਕ ਕਰ ਰਹੇ ਨੇ, ਬੜੇ ਲੋਕ ਉਹਨੂੰ ਸਮਝਣ ਦਾ ਯਤਨ ਕਰ ਰਹੇ ਨੇ, ਪਰ ਉਹਨਾਂ ਨੂੰ ਅਜੇ ਤੱਕ ਇੰਨੀ ਸਮਝ ਨਹੀਂ ਲੱਗੀ। ਕਿਉਂ ਨਹੀਂ ਲੱਗੀ? ਸਤਿਗੁਰੂ ਉਦਾਹਰਨ ਦੇ ਕੇ ਸਮਝਾਉਂਦੇ ਨੇ। ਕਹਿ ਲਗੇ ਨਦੀਆਂ ਅਤੈ, ਇਹਦਾ ਪਾਠ ਅਤੇ ਨਹੀਂ ਕਰਨਾ, ਅਤੈ ਤੱਤੇ ਨੂੰ ਦਲਾਵਾਂ ਲੱਗੀਆਂ ਹੋਈਆਂ ਨੇ। ਨਦੀਆਂ ਅਤੈ ਵਾਹਾ, ਕਹਿ ਲਗੇ ਨਦੀਆਂ ਅਤੇ ਵਾਹਾ ਦਾ ਅਰਥ ਹੈ ਵਾੜੇ ਨਾਲੇ। ਪਵੇਂ ਸਮੁੰਦ, ਜਦੋਂ ਨਦੀਆਂ ਅਤੇ ਨਾਲਿਆਂ ਦਾ ਪਾਣੀ ਸਮੁੰਦਰ ਦੇ ਵਿੱਚ ਪੈ ਜਾਵੇ। ਨਾ ਜਾਣੀ ਹੈ, ਨਾ ਜਾਣੀਆਂ ਦਾ ਅਰਥ ਹੈ ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹਨੂੰ ਪਛਾਣਿਆ ਨਹੀਂ ਜਾ ਸਕਦਾ। ਭਾਵ ਨਦੀਆਂ ਨਾਲਿਆਂ ਦਾ ਪਾਣੀ ਜਦੋਂ ਸਮੁੰਦਰ 'ਚ ਪੈ ਜਾਂਦਾ ਹੈ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸੇ ਤਰੀਕੇ ਦੇ ਨਾਲ ਪਰਮਾਤਮਾ ਦੀ ਵਡਿਆਈ ਤੇ ਕੀਤੀ ਜਾ ਸਕਦੀ ਹੈ, ਪਰ ਪਰਮਾਤਮਾ ਦੀ ਵਡਿਆਈ ਕਰਕੇ ਪਰਮਾਤਮਾ ਦੇ ਬਾਰੇ ਮੁਕੰਮਲ ਤੌਰ 'ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਕਹਿ ਲਗੇ ਜਿਹੜੇ ਪਰਮਾਤਮਾ ਬਾਰੇ ਕਹਿਣ ਦਾ ਯਤਨ ਕਰਦੇ ਨੇ, ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਸਮੁੰਦ ਸ਼ਾਹ ਦਾ ਅਰਥ ਕਰਾਂਗੇ ਸਮੁੰਦਰਾਂ ਦੇ ਪਾਤਸ਼ਾਹ, ਸਮੁੰਦਰਾਂ ਦੇ ਮਾਲਕ, ਅਤੇ ਸੁਲਤਾਨ। ਗਿਰਹਾ, ਗਿਰਹਾ ਕਹਿੰਦੇ ਨੇ ਪਹਾੜ ਨੂੰ। ਸੇਤੀ ਮਾਲ ਧਨ, ਕਹਿਣ ਲੱਗੇ ਕਿਸੇ ਕੋਲ ਇੰਨੀ ਕੁ ਜ਼ਿਆਦੀ ਧਨ ਦੌਲਤ ਹੋਵੇ ਕਿ ਉਹਦੇ ਕੋਲ ਜਿਹੜਾ ਹੈ ਉਹ ਕਿਸੇ ਚੀਜ਼ ਦੀ ਕਮੀ ਨਾ ਹੋਵੇ। ਪਹਾੜਾਂ ਜਿੰਨੇ ਜਿਹੜੇ ਨੇ ਉਹਦੇ ਧਨ ਪਦਾਰਥ ਦੇ ਨਾਲ ਜਿਹੜੇ ਨੇ ਉਹ ਖਜ਼ਾਨੇ ਭਰੇ ਰਹਿਣ, ਪਰ ਸਤਿਗੁਰੂ ਕਹਿਣ ਲੱਗੇ ਕੀੜੀ ਤੁਲ ਨਾ ਹੋਵਨੀ। ਤੁਲ ਦਾ ਅਰਥ ਹੈ ਬਰਾਬਰ, ਇੱਥੇ ਹੋਵਣੀ ਪਾਠ ਨਹੀਂ ਕਰਨਾ, ਨੰਨਾ ਲੱਗਾ ਹੋਇਆ ਹੋਵਨੀ। ਕਹਿਣ ਲੱਗੇ ਉਹ ਜੀਵ ਕੀੜੀ ਦੇ ਬਰਾਬਰ ਵੀ ਨਹੀਂ ਪਹੁੰਚ ਸਕਦਾ। ਕੌਣ? ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਕੋਈ ਇੰਨਾ ਅਮੀਰ ਹੋਵੇ, ਸਮੁੰਦਰਾਂ ਦਾ ਮਾਲਕ, ਵੱਡਾ ਬਾਦਸ਼ਾਹ, ਸੁਲਤਾਨ ਹੋਵੇ ਅਤੇ ਉਹਦੇ ਕੋਲ ਧਨ ਦੌਲਤ ਦੇ ਪਹਾੜ ਲੱਗੇ ਹੋਣ, ਕੀੜੀ ਤੁਲ ਨਾ ਹੋਵਣੀ, ਉਹ ਕੀੜੀ ਦੇ ਬਰਾਬਰ ਵੀ ਨਹੀਂ ਹੋ ਸਕਦਾ। ਕਿਉਂ? ਜੇ ਤਿਸ ਮਨਹੁ ਨਾ ਵਿਸਰੈ, ਹੇ ਪ੍ਰਭੂ ਜੇ ਕਿਤੇ ਤੂੰ ਕੀੜੀ ਦੇ ਮਲਣ ਦੇ ਵਿੱਚੋਂ ਨਾ ਭੁੱਲੇ, ਅਤੇ ਇੱਕ ਪਾਤਸ਼ਾਹ ਜਿਹੜਾ ਹੈ, ਇੱਕ ਸੁਲਤਾਨ ਜਿਹੜਾ ਹੈ ਜਿਹਦੇ ਕੋਲ ਢੇਰ ਲੱਗੇ ਰਹਿੰਦੇ ਨੇ ਧਨ ਦੌਲਤ ਦੇ, ਉਹ ਉਸ ਕੀੜੀ ਦੇ ਬਰਾਬਰ ਵੀ ਨਹੀਂ ਹੋ ਸਕਦਾ ਜਿਹਦੇ ਮਨ ਦੇ ਵਿੱਚੋਂ ਤੂੰ ਵਿਸਰਦਾ ਨਹੀਂ। ਭਾਵ ਇਹ ਕਿ ਪਰਮਾਤਮਾ ਦੀ ਸਿਫਤ ਜਿਹੜਾ ਕਰਦਾ ਹੈ, ਨਿਮਾਣੇ ਤੋਂ ਨਿਮਾਣਾ ਵੀ ਉਹਦੀ ਰੀਸ ਇੱਕ ਬਾਦਸ਼ਾਹ, ਇੱਕ ਚੱਕਰਵਰਤੀ ਜਿਹੜਾ ਸਮਰਾਟ ਵੀ ਨਹੀਂ ਕਰ ਸਕਦਾ। ਅਗਲੀ ਪੌੜੀ 'ਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਭਲਿਆ ਜੇ ਪਰਮਾਤਮਾ ਦੇ ਅੰਤ ਪਾਉਣ ਦੀ ਤੂੰ ਗੱਲ ਕਰਦਾ ਹੈ ਨਾ, ਤੇ ਯਾਦ ਰੱਖੀ ਉਸ ਪਰਮਾਤਮਾ ਵਾਹਿਗੁਰੂ ਦਾ ਜਿਹੜਾ ਹੈ ਉਹ ਅੰਤ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਪਾਇਆ ਜਾ ਸਕਦਾ। ਸਤਿਗੁਰੂ ਕਹਿ ਲਗੇ ਅੰਤ ਨਾ ਸਿਫਤੀ ਕਹਿਣ ਨਾ ਅੰਤ। ਸਿਫਤੀ ਦਾ ਅਰਥ ਹੈ ਸਿਫਤਾਂ ਦੇ ਨਾਲ। ਕਹਿਣ ਲੱਗੇ ਜੇ ਕੋਈ ਮਨੁੱਖ ਆਖੇ ਮੈਂ ਪਰਮਾਤਮਾ ਦੀਆਂ ਵਡਿਆਈਆਂ ਕਰਕੇ ਪਰਮਾਤਮਾ ਦਾ ਜਿਹੜਾ ਹੈ ਉਹਦੇ ਗੁਣਾਂ ਦਾ ਕੋਈ ਅੰਤ ਪਾ ਲਵਾਂ, ਸਤਿਗੁਰੂ ਕਹਿ ਲਗੇ ਉਹਦੇ ਗੁਣ ਨਹੀਂ, ਕਹਿਣ ਨਾ ਅੰਤ, ਉਹਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਅੰਤ ਨਾ ਕਰਨੈ ਦੇਣ ਨਾ ਅੰਤ। ਕਰਨੈ ਦਾ ਅਰਥ ਜੋ ਉਹਨੇ ਕੀਤਾ ਹੋਇਆ ਹੈ, ਕੁਦਰਤ ਜਿਹੜੀ ਬਣਾਈ ਹੋਈ ਹੈ। ਦੇਣ ਦਾ ਅਰਥ ਹੈ ਜੋ ਸਾਨੂੰ ਦੇ ਰਿਹਾ ਦਾਤਾਂ। ਕਹਿਣ ਲੱਗੇ ਨਾ ਤੇ ਉਹਦੀ ਕੁਦਰਤ ਦਾ ਅੰਤ ਪਾਇਆ ਜਾਣਾ ਹੈ ਮਨੁੱਖ ਕੋ, ਅਤੇ ਨਾ ਹੀ ਕੁਦਰਤ ਦੇ ਵਿੱਚ ਜਿਹੜੀਆਂ ਪਰਮਾਤਮਾ ਦਾਤਾਂ ਸਾਨੂੰ ਦੇ ਰਿਹਾ ਹੈ ਉਹਦੀਆਂ ਦਾਤਾਂ ਦਾ ਅੰਤ ਪਾਇਆ ਜਾਣਾ ਹੈ। ਅੰਤ ਨਾ ਵੇਖਣ, ਇੱਥੇ ਨਾਣਾ ਲੱਗਾ ਹੋਇਆ, ਵੇਖਣ, ਵੇਖਣ ਪਾਠ ਨਹੀਂ ਕਰਨਾ। ਸੁਣਨ ਨਾ ਅੰਤ, ਇਹ ਦੋਵੇਂ ਨਾਣੇ ਲੱਗੇ ਹੋਏ ਨੇ। ਕਹਿਣ ਲੱਗੇ ਜੇ ਕੋਈ ਮਨੁੱਖ ਇਹ ਆਖੇ ਕਿ ਮੈਂ ਸਾਰੀ ਕੁਦਰਤ ਨੂੰ ਵੇਖ ਲਵਾਂ, ਵੇਖ ਕੇ ਅੰਤ ਪਾਵਾਂ, ਉਹ ਵੀ ਨਹੀਂ ਪਾਇਆ ਜਾਣਾ। ਜੇ ਕੋਈ ਸੁਣਨ ਬੈਠ ਜਾਵੇ ਪਰਮਾਤਮਾ ਦੇ ਬਾਰੇ ਜਾਂ ਉਹਦੀ ਕੁਦਰਤ ਬਾਰੇ, ਤਾਂ ਵੀ ਅੰਤ ਨਹੀਂ ਪਾਇਆ ਜਾਣਾ। ਅੰਤ ਨਾ ਜਾਪੈ ਕਿਆ ਮਨ ਮੰਤ। ਜਾਪੇ ਦਾ ਅਰਥ ਨਹੀਂ ਜਾਪੇਗਾ, ਨਹੀਂ ਦਿਸੇਗਾ, ਪਤਾ ਨਹੀਂ ਲੱਗੇਗਾ। ਕਿਆ ਮਨ ਮੰਤ, ਮੰਤ ਦਾ ਅਰਥ ਹੈ ਮੰਤਰ, ਸਲਾਹ। ਕਹਿ ਲਗੇ ਉਸ ਪਰਮਾਤਮਾ ਦੇ ਮਨ ਦੇ ਵਿੱਚ ਕਿਹੜੀ ਸਲਾਹ ਚੱਲ ਰਹੀ ਹੈ, ਕੀ ਪਰਮਾਤਮਾ ਦੇ ਮਨ ਦੇ ਵਿੱਚ ਚੱਲ ਰਿਹਾ ਹੈ, ਇਹਦੇ ਬਾਰੇ ਵੀ ਕੋਈ ਕੁਛ ਨਹੀਂ ਜਾਣਦਾ। ਅੰਤ ਨਾ ਜਾਪੈ ਕੀਤਾ ਆਕਾਰ। ਕਹਿ ਲਗੇ ਇਹ ਜਿਹੜਾ ਆਕਾਰ ਬਣਾਇਆ ਹੋਇਆ, ਜਿਹੜਾ ਜਗਤ ਬਣਾਇਆ ਹੋਇਆ ਹੈ ਪਰਮਾਤਮਾ ਨੇ, ਇਸ ਬਣਾਏ ਹੋਏ ਜਗਤ ਨੂੰ ਵੀ ਜਿਹੜਾ ਹੈ ਮਨੁੱਖ ਜਿੰਨਾ ਮਰਜ਼ੀ ਘੁੰਮ ਫਿਰ ਕੇ ਹਰ ਪੱਖ ਤੋਂ ਵੇਖਣ ਦਾ ਯਤਨ ਕਰੇ, ਇਹਦਾ ਵੀ ਉਹਦੇ ਜਗਤ ਬਣਾਏ ਹੋਏ ਜਗਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਪਾਰਾਵਾਰ। ਪਾਰਾਵਾਰ ਦਾ ਅਰਥ ਹੁੰਦਾ ਪਾਰਲਾ ਬੰਨਾ। ਕਹਿ ਲਗੇ ਇਸ ਸੰਸਾਰ ਦਾ ਜਾਂ ਜੋ ਪਰਮਾਤਮਾ ਨੇ ਸਾਜਿਆ ਹੋਇਆ ਇਹਦਾ ਪਰਲਾ ਬੰਨਾ ਮਨੁੱਖ ਨੂੰ ਨਹੀਂ ਲੱਭ ਸਕਦਾ, ਅੰਤ ਨਹੀਂ ਪਾ ਸਕਦਾ। ਅੰਤ ਕਾਰਨ ਕੇਤੇ ਬਿਲ ਲਾਹੇ। ਬਿਲ ਲਾਹੇ ਦਾ ਅਰਥ ਹੁੰਦਾ ਵਿਲਕਣਾ।
ਕਹਿਣ ਲੱਗੇ ਅੰਤ ਪਾਉਣ ਵਾਸਤੇ ਕੋਈ ਕੁਦਰਤ ਦਾ ਅੰਤ ਪਾਉਣ ਨੂੰ ਫਿਰਦਾ ਹੈ, ਕੋਈ ਉਹਦੀਆਂ ਦਾਤਾਂ ਦਾ ਅੰਤ ਪਾਉਣ ਨੂੰ ਫਿਰਦਾ ਹੈ, ਕੋਈ ਕੁਝ ਲੱਭਦਾ ਫਿਰਦਾ ਹੈ। ਅੱਜ ਸਾਇੰਸ ਦੇ ਹਿਸਾਬ ਨਾਲ ਕੋਈ ਕੁਝ ਲੱਭਦਾ ਫਿਰਦਾ ਹੈ। ਅੰਤ ਪਾਉਣ ਵਾਸਤੇ ਸਤਿਗੁਰੂ ਕਹਿਣ ਲੱਗੇ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਉਹ ਵਿਲਕਦੇ ਰਹਿੰਦੇ ਨੇ, ਤਰਲੇ ਲੈ ਰਹੇ ਨੇ ਤਾਂ ਕਿ ਅੰਤ ਨਾ ਪਾਏ ਜਾਹੇ। ਕਹਿਣ ਲੱਗੇ ਪਰ ਉਸ ਪਰਮਾਤਮਾ ਦੇ ਅੰਤ ਨੂੰ ਕੋਈ ਨਹੀਂ ਪਾ ਸਕਦਾ, ਉਹਦੇ ਹੱਦ ਬੰਨੇ ਕਦੀ ਨਹੀਂ ਜੀਵ ਨੂੰ ਜਿਹੜੇ ਮੁਕੰਮਲ ਤੌਰ 'ਤੇ ਲੱਭ ਸਕਦੇ। ਇਹ ਅੰਤ ਨਾ ਜਾਣੈ ਕੋਏ। ਕਹਿਣ ਲੱਗੇ ਕੋਈ ਮਨੁੱਖ ਵੀ ਇਸ ਪਰਮਾਤਮਾ ਦਾ ਜਿਹੜਾ ਇਹ ਹੱਦ ਬੰਨਾ ਹੈ ਉਹਨੂੰ ਮੁਕੰਮਲ ਤੌਰ 'ਤੇ ਲੱਭ ਨਹੀਂ ਸਕਦਾ। ਬਹੁਤਾ ਕਹੀਏ ਬਹੁਤਾ ਹੋਏ। ਕਹਿ ਲਗੇ ਜਿਹੜਾ ਜਿੰਨਾ ਲੱਭਣ ਦਾ ਯਤਨ ਕਰਦਾ ਹੈ ਨਾ, ਉਹ ਜਿੰਨਾ ਕੁ ਉਹਨੂੰ ਲੱਭਦਾ ਹੈ ਤੇ ਉਹ ਲੱਭ ਕੇ ਇਹ ਸਟੇਟਮੈਂਟ ਦੇ ਦਿੰਦਾ, ਇਹ ਆਪਣਾ ਪੱਖ ਰੱਖ ਦਿੰਦਾ ਜੀ ਹਜੇ ਚੀਜ਼ ਇਹਦੇ ਤੋਂ ਵੀ ਗਾਂਹ ਹੈ। ਆਪਾਂ ਜੇ ਸਾਇੰਸ ਨੂੰ ਦੇਖਦੇ ਹਾਂ, ਸਾਇੰਸ ਕਹਿ ਦਿੰਦੀ ਸੀ ਪਹਿਲਾਂ ਸਾਨੂੰ ਅਣੂ ਲੱਭ ਗਿਆ, ਹੁਣ ਕਹਿੰਦੀ ਨਹੀਂ ਇਹਦੇ ਤੋਂ ਛੋਟਾ ਵੀ ਸੈੱਲ ਹੈਗਾ, ਇਹਦੇ ਤੋਂ ਛੋਟਾ ਵੀ ਹੈਗਾ। ਸਤਿਗੁਰੂ ਕਹਿੰਦੇ ਤੂੰ ਜਿੰਨਾ ਵੀ ਲੱਭਣ ਦਾ ਯਤਨ ਕਰੇਗਾ, ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਵੀ ਲੱਭੇਗਾ, ਜਿੰਨਾ ਵੀ ਬਿਆਨ ਕਰਨ ਦਾ ਯਤਨ ਕਰੇਗਾ, ਉਹ ਤੋਂ ਗਾਂਹ ਗਾਂਹ ਹੋਰ ਦੀ ਹੋਰ ਤੈਨੂੰ ਲੱਭਦਾ ਜਾਣਾ ਹੈ, ਪਰ ਅੰਤ ਨਹੀਂ ਪਾਇਆ ਜਾਣਾ। ਅੱਗੇ ਸਤਿਗੁਰੂ ਕਹਿ ਲਗੇ ਵੱਡਾ ਸਾਹਿਬ ਉੱਚਾ ਥਾਂੋਂ। ਕਹਿਣ ਲੱਗੇ ਅਸਲ ਦੇ ਵਿੱਚ ਉਹ ਪਰਮਾਤਮਾ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਆਪ ਸਾਰਿਆਂ ਤੋਂ ਵੱਡਾ ਹੈ, ਅਤੇ ਥਾਂ ਦਾ ਅਰਥ ਹੈ ਟਿਕਾਣਾ। ਉਸ ਪਰਮਾਤਮਾ ਦਾ ਟਿਕਾਣਾ ਵੀ ਜਿਹੜਾ ਹੈ ਉਹ ਬਹੁਤ ਉੱਚਾ ਹੈ। ਉੱਚੇ ਉੱਪਰ ਉੱਚਾ ਨਾਉ, ਇੱਥੇ ਉੱਚੇ ਉੱਪਰ ਨਹੀਂ ਕਰਨਾ, ਉਹ ਦਲੈਂਕੜ ਲੱਗੇ ਹੋਏ ਨੇ। ਉੱਚੇ ਉੱਪਰ ਉਸ ਪਰਮਾਤਮਾ ਤੋਂ ਉੱਤੇ ਉੱਚਾ ਨਾਉ ਭਾਵ ਪਰਮਾਤਮਾ ਦਾ ਨਾਮ ਵੀ ਬਹੁਤ ਜ਼ਿਆਦਾ ਉੱਚਾ ਹੈ। ਏਵੜ ਉੱਚਾ ਹੋਵੇ ਕੋਏ। ਕਹਿੰਦੇ ਹੁਣ ਜਿੰਨਾ ਉੱਚਾ ਪਰਮਾਤਮਾ ਹੈ ਉਹਦੇ ਤੋਂ ਉੱਚਾ ਵੀ ਉਹਦਾ ਨਾਮ ਹੈ। ਅਤੇ ਜੇ ਏਵੜ, ਏਵੜ ਦਾ ਅਰਥ ਇਸ ਨਾਮ ਤੋਂ, ਜੇ ਪਰਮਾਤਮਾ ਦੇ ਨਾਮ ਤੋਂ ਉੱਚਾ ਕੋਈ ਹੋਰ ਹੋਵੇ, ਏਵੜ ਉੱਚਾ ਹੋਵੇ ਕੋਈ, ਇਸ ਤਰੀਕੇ ਦੇ ਨਾਲ ਇਹਦੇ ਤੋਂ ਕੋਈ ਵੱਡਾ ਹੋਵੇ, ਤਿਸ ਉੱਚੇ ਕਉ ਜਾਣੈ ਸੋਏ। ਕਹਿ ਲਗੇ ਫਿਰ ਕੋਈ ਮਨੁੱਖ ਜਿਹੜਾ ਹੈ ਉਸ ਉੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸਮਝ ਸਕਦਾ ਕਿ ਉਹ ਪਰਮਾਤਮਾ ਕਿੱਡਾ ਕੁ ਹੈ, ਜਿਹਨੂੰ ਤੁਸੀਂ ਮੁਕੰਮਲ ਤੌਰ 'ਤੇ ਵੇਖ ਨਹੀਂ ਸਕਦੇ, ਸਮਝ ਨਹੀਂ ਸਕਦੇ, ਉਹਦੇ ਬਾਰੇ ਕਿਵੇਂ ਬਿਆਨ ਕਰੋਗੇ। ਸਤਿਗੁਰੂ ਕਹਿਣ ਲੱਗੇ ਜੀਵਡ ਆਪ ਜਾਣੈ ਆਪ ਆਪ। ਕਹਿ ਲੱਗੇ ਹੇ ਭਾਈ ਪਰਮਾਤਮਾ ਜਿੰਨਾ ਕੁ ਵੱਡਾ ਹੈ ਨਾ ਉਹ ਆਪ ਹੀ ਜਾਣਦਾ ਹੈ। ਜੀਵਡ ਆਪ, ਜਿੱਡਾ ਕੁ ਉਹ ਆਪ ਵੱਡਾ ਹੈ ਨਾ, ਜਾਣੈ ਆਪ ਆਪ, ਉਹ ਕੇਵਲ ਤੇ ਕੇਵਲ ਆਪ ਹੀ ਜਾਣਦਾ ਹੈ। ਨਾਨਕ ਨਦਰੀ ਕਰਮੀ ਦਾਤ। ਕਹਿ ਲਗੇ ਨਦਰੀ ਕਰਮੀ ਦਾਤ, ਕਹਿ ਲਗੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਨੁੱਖ ਨੂੰ ਜਿਹੜੀ ਹੈ, ਦਾਤ ਦਾ ਅਰਥ ਹੈ ਬਖਸ਼ਿਸ਼, ਉਹਦੇ ਪਰਮਾਤਮਾ ਦੀ ਬਖਸ਼ਿਸ਼ ਜਿਹੜੀਆਂ ਦਾਤਾਂ ਨੇ ਉਹਦੀ ਮਿਹਰ ਦੇ ਨਾਲ ਹੀ ਹੁੰਦੀਆਂ ਨੇ। ਉੱਦਾਂ ਮਨੁੱਖ ਦੀ ਕੋਈ ਪਾਇਆ ਨਹੀਂ ਉਹਦੇ ਬਾਰੇ ਕੋਈ ਮੁਕੰਮਲ ਤੌਰ 'ਤੇ ਜਿਹੜਾ ਉਹ ਬਿਆਨ ਕਰ ਸਕੇ ਜਾਂ ਉਹ ਇਹ ਕਹਿ ਸਕੇ ਕਿ ਪਰਮਾਤਮਾ ਕਿੱਡਾ ਕੁ ਵੱਡਾ ਹੈ। ਹਾਂ, ਜਿਹਦੇ 'ਤੇ ਉਹ ਪਰਮਾਤਮਾ ਆਪ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਮਿਹਰ ਦੀ ਕਿਰਪਾ ਕਰਦਾ ਹੈ, ਜਿਹਨੂੰ ਮਿਹਰ ਦੀ ਦਾਤ ਦਿੰਦਾ ਹੈ, ਉਹਨੂੰ ਪਰਮਾਤਮਾ ਦੀ ਬਖਸ਼ਿਸ਼ ਮਿਲਦੀ ਹੈ। ਉੱਦਾਂ ਜਿਹੜੇ ਜੀਵ ਨੇ ਉਹ ਪਰਮਾਤਮਾ ਦਾ ਅੰਤ ਪਾਉਣ ਨੂੰ ਤੁਰੇ ਫਿਰਦੇ ਨੇ, ਪਰ ਉਹਦਾ ਅੰਤ ਨਹੀਂ ਪਾ ਸਕਦੇ। ਸੋ ਇਸ 24 ਪੌੜੀਆਂ ਤੱਕ ਦੀ ਵਿਚਾਰ। ਅਗਲੀ ਵਿਚਾਰ ਅਗਲੇ ਕਲਿੱਪ ਦੇ ਵਿੱਚ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ